Biometrics is a measurement or statistical analysis of people unique physical and behavioral characteristics. Like in your mobile phone, the system is basically biometric because you use some password, and that password has already been set in the system. And when you open up the mobile phone now and then you use the same password and the phone open ups. Likewise, you use your fingerprint impression nowadays on your mobile phones to open up the system of your mobile. So all these is the biometrics. The technology is usually used for the identification and access control for identifying individuals who are under surveillance. The basic premise of biometric authentication is that every person can be accurately identified by the intrinsic physical or behavioral traits. Two types of traits are being used, that is the physical traits like thumb impression, or behavioral traits can also be used, means the behavior of the person can also be checked, like on the computer. Some high-tech computers check the speed with which a person types, so only then he allows the access to the data if the person is the user of that very PC. So the term biometrics is derived from the Greek word that is bio, meaning life, and metric means to measure. ਬੇਸਿਕਲੀ ਬਾਇਓਮੈਟ੍ਰਿਕ ਕੀ ਹੈ ਕਿ ਇੱਕ ਅਸੀਂ ਕਿਸੇ ਵੀ ਡਿਵਾਈਸ ਨੂੰ ਜਦੋਂ ਅਸੈਸ ਕਰਨਾ ਅਤੇ ਅਸੀਂ ਉਹਦੇ ਵਿੱਚ ਆਪਣੇ ਫਿਜ਼ੀਕਲ ਫਿਜ਼ੀਕਲੀ ਆਪਣੇ ਫਿੰਗਰ ਦੇ ਨਾਲ ਟੱਚ ਕਰ ਸਕਦੇ ਹਾਂ। ਸਾਡਾ ਆਈ ਦਾ ਰੈਟੀਨਾ ਸਕੈਨ ਹੋ ਸਕਦਾ ਹੈ, ਆਈਰਿਸ ਸਕੈਨ ਹੋ ਸਕਦਾ, ਸਾਡਾ ਫੇਸ ਦਾ ਸਕੈਨ ਜਿਹੜਾ ਅਸੀਂ ਆਪਣੇ ਮੋਬਾਈਲ ਫੋਨ 'ਤੇ ਔਨ ਕਰਦੇ ਹਾਂ। ਆਲ ਦਿਸ ਇਜ਼ ਅ ਬਾਇਓਮੈਟ੍ਰਿਕ, ਜਿਹਦੇ ਨਾਲ ਸਾਡੀ ਮੋਬਾਈਲ ਫੋਨ ਜਿਹੜਾ ਉਹ ਔਨ ਹੁੰਦਾ ਹੈ। ਲੈਪਟਾਪਸ ਦੇ ਉੱਤੇ ਵੀ ਇਹ ਲੱਗ ਸਕਦਾ, ਕੋਈ ਡਾਟਾ ਜਿਹੜਾ ਅਸੀਂ ਬਹੁਤ ਸਿਕਿਉਰ ਕਰਨਾ ਉਹਦੇ ਉੱਤੇ ਅਸੀਂ ਬਾਇਓਮੈਟ੍ਰਿਕ ਜਿਹੜੀ ਸਿਕਿਉਰਿਟੀ ਜਿਹੜੀ ਉਹ ਐਸਟੈਬਲਿਸ਼ ਕਰ ਸਕਦੇ ਹਾਂ। ਬਾਇਓਮੈਟ੍ਰਿਕ ਜਿਹੜਾ ਸਿਸਟਮ ਹੈ ਉਹ ਕਿਸ ਤਰ੍ਹਾਂ ਵਰਕ ਕਰਦਾ ਹੈ ਕਿ ਜਦੋਂ ਅਸੀਂ ਸਟਾਰਟ ਕਰਨਾ ਹੁੰਦਾ ਹੈ ਸਿਸਟਮ, ਅਤੇ ਅਸੀਂ ਆਪਣਾ ਜਿਹੜਾ ਬਾਇਓਮੈਟ੍ਰਿਕ ਜਿਹੜੀ ਅਸੀਂ ਚੀਜ਼ ਨੂੰ ਆਈਡੈਂਟੀਫਾਈ ਕਰਨਾ, ਅਸੀਂ ਆਲਰੇਡੀ ਉਹਨੂੰ ਕੰਪਿਊਟਰ ਦੇ ਵਿੱਚ ਉਹਦਾ ਸੈਟਅਪ ਜਿਹੜਾ ਉਹ ਐਸਟੈਬਲਿਸ਼ ਕਰਨਾ, ਅਤੇ ਉਸ ਤੋਂ ਬਾਅਦ ਜਦੋਂ ਅਸੀਂ ਦੁਬਾਰਾ ਤੋਂ ਉਹਨੂੰ ਅਸੈਸ ਕਰਨਾ, ਅਤੇ ਉਹ ਜਿਹੜੀ ਚੀਜ਼ ਅਸੀਂ ਆਲਰੇਡੀ ਸਕੈਨ ਕਰਕੇ ਰੱਖੀ ਹੋਈ ਹੈ ਉਹ ਚੀਜ਼ ਨੂੰ ਦੁਬਾਰਾ ਤੋਂ ਰੀਚੈਕ ਕੀਤਾ ਜਾਂਦਾ ਹੈ। ਜਿਵੇਂ ਸਾਡਾ ਪਾਸਵਰਡ ਹੈ ਉਹ ਰੀਚੈਕ ਕੀਤਾ ਜਾਂਦਾ ਹੈ, ਜਿਵੇਂ ਸਾਡਾ ਫਿੰਗਰਪ੍ਰਿੰਟ ਦਾ ਇੰਪਰੈਸ਼ਨ ਹੈ, ਸਾਡਾ ਆਈਰਿਸ ਨੂੰ ਚੈੱਕ ਕੀਤਾ ਜਾਂਦਾ, ਸਾਡੇ ਫੇਸ ਨੂੰ, ਸਾਡੇ ਸਕਲ ਨੂੰ ਜਿਹੜਾ ਉਹ ਚੈੱਕ ਕੀਤਾ ਜਾਂਦਾ before allowing us to assess the system. So this is a system how the biometric works. They assess the person who is actually using the data, ਜਿਹੜਾ person use ਕਰ ਰਿਹਾ ਉਸ ਚੀਜ਼ ਨੂੰ, ਡਾਟਾ ਨੂੰ ਯੂਜ਼ ਕਰ ਰਿਹਾ, ਉਹਦੇ ਕੋਲ ਕੀ ਹੈ ਅਸੈਸ ਵੀ ਹੋਣਾ ਚਾਹੀਦਾ। ਉਹ ਅਸੈਸ ਕਿਵੇਂ ਚੈੱਕ ਕਰਦੇ, ਜਾਂ ਸਾਡੇ ਬਿਹੇਵੀਅਰਲ ਪੈਟਰਨ ਦੇ ਨਾਲ ਚੈੱਕ ਕੀਤਾ ਜਾਂਦਾ, ਜਾਂ ਸਾਡੇ ਫਿਜ਼ੀਕਲ ਪੈਟਰਨ ਦੇ ਨਾਲ। ਫਿਜ਼ੀਕਲ ਪੈਟਰਨ ਜਿਹੜਾ ਸਾਡਾ ਆਈਜ਼ ਦਾ ਵੀ, ਆਈਰਿਸ ਦਾ ਸਕੈਨ ਹੋ ਸਕਦਾ, ਸਾਡੇ ਰੈਟੀਨਾ ਦਾ ਸਕੈਨ ਹੋ ਸਕਦਾ, ਸਾਡੇ ਫੇਸ ਦਾ ਸਕੈਨ ਹੋ ਸਕਦਾ, ਸਾਡੇ ਥੰਬ ਦਾ ਇੰਪਰੈਸ਼ਨ ਹੋ ਸਕਦਾ, ਸਾਡੇ ਵੇਨਸ ਜਿਹੜੇ ਹੱਥਾਂ ਦੀਆਂ ਵੇਨਸ ਹੁੰਦੀਆਂ ਉਹ ਜਿਹੜੀ ਉੱਪਰ ਲਾਈਨਸ ਡਰੋ ਹੁੰਦੀਆਂ ਉਹਦਾ ਇੰਪਰੈਸ਼ਨ ਜਿਹੜਾ ਉਹ ਲਿਆ ਜਾ ਸਕਦਾ। ਮਤਲਬ ਕੁਛ ਵੀ ਤਰੀਕੇ ਦੇ ਨਾਲ ਜਿਹੜਾ ਬਾਇਓਮੈਟ੍ਰਿਕਸ ਹੈ ਉਹ ਵਰਕ ਕਰਦਾ। ਇਸ ਤੋਂ ਇਲਾਵਾ ਬਿਹੇਵੀਅਰਲ ਪੈਟਰਨਸ, ਮਤਲਬ ਕੋਈ ਜਦੋਂ ਟਾਈਪਿੰਗ ਕਰਦੇ ਆ ਬੰਦਾ, ਕੋਈ ਪਰਸਨ, ਅਤੇ ਉਹ ਕਿੰਨੀ ਸਪੀਡ ਦੇ ਨਾਲ ਟਾਈਪ ਕਰਦਾ, ਇਹ ਵੀ ਚੀਜ਼ ਦੇ ਅਸੀਂ ਬਿਹੇਵੀਅਰਲ ਪੈਟਰਨ ਜਿਹੜਾ ਉਹ ਚੈੱਕ ਕਰ ਸਕਦੇ ਹਾਂ। ਕੋਈ ਪਰਸਨ ਵਾਕ ਕਰਦਾ ਅਤੇ ਕਿਸ ਸਪੀਡ ਦੇ ਨਾਲ ਵਾਕ ਕਰਦਾ, ਇਹ ਸਾਰੇ ਪੈਟਰਨ ਜਿਹੜੇ ਅਸੀਂ ਬਿਹੇਵੀਅਰਲ ਪੈਟਰਨ 'ਚ ਅਸੀਂ ਬਾਇਓਮੈਟ੍ਰਿਕਸ ਦੇ ਵਿੱਚ ਯੂਜ਼ ਕਰਦੇ ਹਾਂ, ਤਾਂ ਕਿ ਜਿਹੜਾ ਸਾਡਾ ਡਾਟਾ ਹੈ ਉਹ ਸਿਕਿਉਰਡ ਰਹੇ। ਅਸੀਂ ਇਹ ਜਿਹੜੇ ਪੈਟਰਨਸ ਨੇ, ਜਿਹੜਾ ਡਾਟਾ ਹੈ ਅਸੀਂ ਆਲਰੇਡੀ ਸਟੋਰ ਕਰਕੇ ਰੱਖਿਆ ਹੁੰਦਾ ਆਪਣੇ PC ਦੇ ਵਿੱਚ। ਜਦੋਂ ਅਸੀਂ ਉਹਨੂੰ ਅਸੈਸ ਕਰਨਾ ਦੁਬਾਰਾ ਤੋਂ, ਸਾਨੂੰ ਉਹ ਪੈਟਰਨ ਦੁਬਾਰਾ ਤੋਂ ਐਸਟੈਬਲਿਸ਼ ਕਰਨਾ ਪੈਂਦਾ, ਤਾਂ ਹੀ ਸਾਨੂੰ ਦੁਬਾਰਾ ਤੋਂ ਉਹ ਅਲਾਓ ਕਰਦਾ ਸਿਸਟਮ ਕਿ ਅਸੀਂ ਉਸ ਚੀਜ਼ ਨੂੰ ਅਸੈਸ ਕਰ ਸਕੀਏ। ਜਿਵੇਂ ਮੋਬਾਈਲ ਫੋਨ ਹੈ, ਕੋਈ ਕੰਪਿਊਟਰ ਹੈ, ਕੋਈ ਹਾਈਟੈਕ ਮਸ਼ੀਨਰੀ ਹੈ, ਅਸੀਂ ਉਹਨੂੰ ਅਸੈਸ ਕਰਨਾ, ਅਤੇ ਉਹਦੇ ਵਾਸਤੇ ਅਸੀਂ ਉਹਦੇ ਵਿੱਚ ਬਾਇਓਮੈਟ੍ਰਿਕਸ ਜਿਹੜੇ ਉਹ ਐਸਟੈਬਲਿਸ਼ ਕੀਤੇ ਹੁੰਦੇ, ਤਾਂ ਕਿ ਕੋਈ ਵੀ ਅਨਆਥੋਰਾਈਜ਼ਡ ਪਰਸਨ ਜਿਹੜਾ ਉਸ ਚੀਜ਼ ਨੂੰ ਅਸੈਸ ਨਾ ਕਰੇ। Biometrics, types of biometrics. There are basically two types of biometrics, that is physiological characteristics or behavioral characteristics. ਜਿਹੜੇ physiological characteristics ਨੇ ਉਹ ਕਿਨੇ, ਸਾਡੇ ਫੇਸ ਦੀ ਰੈਕੋਗਨੀਸ਼ਨ ਹੋ ਸਕਦੀ ਹੈ, ਫਿੰਗਰਪ੍ਰਿੰਟਸ ਦਾ ਇੰਪਰੈਸ਼ਨ ਹੋ ਸਕਦਾ, ਸਾਡੇ ਫਿੰਗਰ ਦੀ ਜਮੈਟਰੀ ਹੋ ਸਕਦੀ ਹੈ ਕਿ ਸਾਡਾ ਸਾਈਜ਼ ਕੀ ਹੈ ਫਿੰਗਰ ਦਾ, ਮਤਲਬ ਕੋਈ ਕਿਸੇ ਦੀ ਫਿੰਗਰ ਮੋਟੀ ਹੁੰਦੀ ਹੈ, ਕਿਸੇ ਦੀ ਲੰਬੀ ਹੁੰਦੀ ਹੈ, ਉਹਦੀ ਪੋਜੀਸ਼ਨਿੰਗ ਕਿਸ ਤਰ੍ਹਾਂ ਦੀ ਹੈ, ਸਾਡੀ ਆਇਰਿਸ ਦੀ ਰੈਕੋਗਨੀਸ਼ਨ ਹੋ ਸਕਦੀ ਹੈ, ਵੇਨਸ ਦੀ ਰੈਕੋਗਨੀਸ਼ਨ ਹੋ ਸਕਦੀ ਹੈ, ਸਾਡੇ ਰੈਟੀਨਾ ਦੀ ਸਕੈਨਿੰਗ ਹੋ ਸਕਦੀ ਹੈ। ਕਿਸੇ ਵੇਲੇ ਅਸੀਂ ਜਿਹੜੀ ਵੋਇਸ ਰੈਕੋਗਨੀਸ਼ਨ ਸਿਸਟਮ ਹੈ ਉਹ ਲਗਾ ਸਕਦੇ ਹਾਂ, ਜਿਵੇਂ DNA ਦੀ ਮੈਚਿੰਗ ਹੁੰਦੀ ਹੈ ਅਸੀਂ ਉਹ ਵੀ ਲਗਾ ਸਕਦੇ ਹਾਂ। ਡਿਜੀਟਲ ਸਿਗਨੇਚਰ ਜਿਹੜੇ ਅਸੀਂ ਰੱਖ ਸਕਦੇ ਹਾਂ ਕਿ ਉਹ ਸਿਗਨੇਚਰਸ ਜਿਹੜੇ ਔਨਲਾਈਨ ਕੀਤੇ ਜਾਣਗੇ, ਫਿਰ ਹੀ ਅਸੀਂ ਉਹ ਡਾਕੂਮੈਂਟ ਜਿਹੜਾ ਉਹ ਓਪਨ ਅਪ ਕਰ ਸਕਦੇ ਹਾਂ। So this is the types of biometric authentication which is used. First one is iris recognition, then is retina recognition, then is face recognition, fingerprint recognition, then is DNA matching that is done by doctors only or the physicians. Signatures recognition is there. Finger geometry means the lines are there on the hands. So ਜਿਹੜੀ ਸਾਡੇ ਹੱਥਾਂ ਦੇ ਉੱਤੇ ਲਾਈਨਾਂ ਹੁੰਦੀਆਂ ਉਹ ਜਿਹੜੀ ਉਹਦੀ ਸਕੈਨਿੰਗ ਜਿਹੜੀ ਉਹ ਕੀਤੀ ਜਾਂਦੀ ਹੈ। ਕਿਸੇ ਵੇਲੇ ਅਸੀਂ ਆਪਣੇ ਜਿਹੜਾ ਪਾਸਵਰਡ ਜਿਹੜਾ ਉਹ ਵੀ ਲਗਾ ਸਕਦੇ ਹਾਂ, ਪ੍ਰਾਈਵੇਸੀ ਪ੍ਰੋਟੈਕਸ਼ਨ ਅਸੀਂ ਕੀਤੀ ਹੁੰਦੀ ਹੈ।
ਅਸੀਂ ਆਪਣੇ ਜਿਹੜਾ ਥੰਬ ਇੰਪ੍ਰੈਸ਼ਨ ਹੈ ਉਹ ਵੀ ਲਗਾ ਸਕਦੇ ਹਾਂ, ਅਸੀਂ ਵੋਇਸ ਰਿਕੋਗਨੀਸ਼ਨ ਦਾ ਸਿਸਟਮ ਵੀ ਲਗਾਇਆ ਹੋ ਸਕਦਾ, ਆਪਣੇ ਹੈਂਡ ਦੀ ਜਮੈਟਰੀ ਦਾ ਸਿਸਟਮ ਲਗਾ ਸਕਦੇ ਹਾਂ, ਕੋਈ ਵੀ ਅਥੈਂਟੀਕੇਸ਼ਨ ਦੀ ਟੈਕਨੀਕ ਜਿਹੜੀ ਉਹ ਅਸੀਂ ਯੂਜ਼ ਕਰ ਸਕਦੇ ਹਾਂ, ਵੇਨਸ ਦਾ ਪੈਟਰਨ, ਏਅਰ ਦੀ ਸ਼ੇਪ ਅਸੀਂ ਯੂਜ਼ ਕਰ ਸਕਦੇ ਹਾਂ ਤਾਂ ਕਿ ਕੋਈ ਪਰਸਨ ਦੀ ਜਿਹੜੀ ਆਇਡੈਂਟੀਫਿਕੇਸ਼ਨ ਹੈ ਉਹ ਐਸਟੈਬਲਿਸ਼ ਕੀਤੀ ਜਾ ਸਕੇ। ਜਦੋਂ ਵੀ ਉਹਨੇ ਕਿਸੇ ਡਾਟਾ ਨੂੰ ਅਸੈਸ ਕਰਨਾ ਹੈ ਉਹ ਬਹੁਤ ਹੀ ਪਰਸਨਲਾਈਜ਼ਡ ਹੈ, ਅਸੀਂ ਉਹਨੂੰ ਸੇਫ ਰੱਖਣਾ ਅਤੇ ਉਹਦੀ ਪਹਿਲਾਂ ਅਥੈਂਟੀਕੇਸ਼ਨ ਐਸਟੈਬਲਿਸ਼ ਕਰਨ ਤੋਂ ਬਾਅਦ ਹੀ ਅਸੀਂ ਉਹਨੂੰ ਅਸੈਸ ਦੇਵਾਂਗੇ ਕਿ ਉਹ ਪਰਸਨ ਜਿਹੜਾ ਉਸ ਇਨਫੋਰਮੇਸ਼ਨ ਨੂੰ ਅਸੈਸ ਕਰੇ। ਸੋ ਫਸਟ ਵਨ ਇਜ਼ ਫੇਸ ਸ਼ੇਪ ਔਰ ਜਮੈਟਰੀ, ਮਤਲਬ ਸਾਡਾ ਫੇਸ ਜਿਹੜਾ ਉਹ ਸਕੈਨ ਕੀਤਾ ਜਾਂਦਾ ਥੈਂਕਸ ਟੂ ਦ ਗਰੋਥ ਆਫ ਮਲਟੀਮੀਡੀਆ ਟੈਕਨੋਲੋਜੀਜ਼ ਜਿਹੜੀਆਂ ਉਹ ਅਵੇਲੇਬਲ ਨੇ ਕਿ ਅਸੀਂ ਵੀਡੀਓ ਕੈਮਰਾਜ਼ ਜਿਹੜੇ ਉਹ ਇੰਸਟਾਲ ਕੀਤੇ ਹੁੰਦੇ ਆ ਸਟਰੀਟਸ ਦੇ ਵਿੱਚ, ਸਕੁਐਰਸ ਦੇ ਵਿੱਚ, ਏਅਰਪੋਰਟਸ ਦੇ ਵਿੱਚ, ਟ੍ਰੇਨ ਸਟੇਸ਼ਨ ਦੇ ਵਿੱਚ, ਕਰਾਊਡਡ ਪਲੇਸਿਸ ਦੇ ਵਿੱਚ, ਜਿਹਦੇ ਵਿੱਚ ਕੀ ਹੈ ਬੇਸਿਕਲੀ ਸਾਡੀ ਇਮੇਜਸ ਜਿਹੜੀ ਉਹ 2 ਡਾਇਮੈਂਸ਼ਨਲ ਫਿਗਰਸ ਜਿਹੜੀ ਹੈ ਉਹ ਬੇਸਿਕਲੀ ਲੈਂਦਾ। ਫਿੰਗਰਪ੍ਰਿੰਟਸ ਵੀ ਜਿਹੜੇ ਅਸੀਂ ਯੂਜ਼ ਕਰਦੇ ਹਾਂ, ਮਤਲਬ ਆਪਣੇ ਥੰਬ ਦੇ ਇੰਪ੍ਰੈਸ਼ਨ। ਬੇਸਿਕ ਐਡਵਾਂਟੇਜ ਕੀ ਹੈ ਫਿੰਗਰਪ੍ਰਿੰਟ ਦਾ ਕਿ ਅਸੈਸ ਸਾਨੂੰ ਮਿਲ ਜਾਂਦਾ ਹੈ, ਕਨਵੀਨੀਅੰਟ ਤਰੀਕਾ ਹੈ, ਰਿਲਾਇਬਿਲਿਟੀ ਹੈ। ਸ਼ੇਪ ਐਂਡ ਸਟਰਕਚਰ ਆਫ ਦਾ ਸਕਲ, ਮਤਲਬ ਇਹ ਸਾਡਾ ਬੇਸਿਕਲੀ ਫੇਸ ਦਾ 3D ਸਕੈਨ ਕਰਦਾ, ਮਤਲਬ ਹਰ ਐਂਗਲ ਤੋਂ ਅੱਗੋਂ ਪਿੱਛੋਂ ਲੈਫਟ ਰਾਈਟ ਸਾਰੇ ਪਿੱਛੋਂ ਜਿਹੜੀ ਸਕੈਨਿੰਗ ਹੈ ਉਹ ਹੋ ਜਾਂਦੀ ਹੈ। ਮਤਲਬ ਸਾਡਾ ਫੇਸ ਜਿਹੜਾ ਉਹਦੇ ਵਿੱਚੋਂ ਆਈਜ਼, ਨੋਜ਼, ਜਿਹੜਾ ਮਾਊਥ ਹੈ ਉਹ ਉਡਾ ਕੇ ਇਹਦਾ ਸਕਲ ਜਿਹੜਾ ਉਹ ਬੇਸਿਕਲੀ ਉਹਦੀ ਡਾਇਮੈਂਸ਼ਨ ਜਿਹੜੀ ਉਹ ਦੇਖੀ ਜਾਂਦੀ ਹੈ ਕਿ ਸਾਡਾ ਫੇਸ ਕਿਸ ਤਰ੍ਹਾਂ ਦਾ, ਉਹਦੇ ਅਕੋਰਡਿੰਗਲੀ ਸਕੈਨਿੰਗ ਜਿਹੜੀ ਉਹ ਕੀਤੀ ਜਾਂਦੀ ਹੈ। ਰੈਟੀਨਾ ਮਤਲਬ ਸਾਡੀ ਜਿਹੜੀ ਆਈਜ਼ ਹੈ ਉਹਦੀ ਸਕੈਨਿੰਗ, ਜਿਹੜੇ ਆਈ ਬॉल ਹੈ ਉਹਦੀ ਸਕੈਨਿੰਗ ਕੀਤੀ ਜਾਂਦੀ ਹੈ ਫॉर ਆਈਡੈਂਟੀਫਾਈਂਗ ਬਾय ਦ ਰੈਟੀਨਾ ਦ ਐਂਗੂਲਰ ਡਿਸਟ੍ਰੀਬਿਊਸ਼ਨ ਆਫ ਬਲੱਡ ਵੈਸਲਸ ਔਨ ਦ ਰੈਟੀਨਾ ਸਰਫੇਸ ਰਿਲੇਟਿਵ ਟੂ ਦ ਬਲਾਈਂਡ ਸਪॉट ਆਫ ਦ ਆਈ ਐਂਡ ਅਦਰ ਫੀਚਰਸ ਜਿਹੜੇ ਉਹ ਮੇਜਰ ਕਰਦੇ ਆ। ਰੈਟੀਨਾ ਦੀ ਕੈਪਿਲਰੀ ਪੈਟਰਨ ਜਿਹੜੇ ਉਹ ਹਰ ਪਰਸਨ ਦਾ ਜਿਹੜਾ ਉਹ ਡਿਫਰ ਕਰਦਾ, ਈਵਨ ਟਵਿਨਸ ਦੇ ਵਿੱਚ ਵੀ ਡਿਫਰ ਹੁੰਦਾ। ਆਈਰਿਸ ਜਿਹੜਾ ਹੁੰਦਾ ਉਹ ਬਿਲਕੁਲ ਅੰਦਰ ਵਾਲਾ ਪੋਰਸ਼ਨ, ਆਈ ਸਾਡਾ ਆਈ ਬॉल ਜਿਹੜਾ ਉਹ ਰੈਟੀਨਾ ਹੈ, ਆਈ ਬॉल ਦੇ ਵਿੱਚ ਵੀ ਜਿਹੜਾ ਬਿਲਕੁਲ ਸੈਂਟਰ ਵਾਲਾ ਜਿਹੜਾ ਸੈਂਟਰ ਵਾਲਾ ਬਲੈਕ ਕਲਰ ਦਾ ਪੁਆਇੰਟ ਹੈ ਦੈਟ ਇਜ਼ ਰੈਫਰ ਟੂ ਐਜ਼ ਆਈਰਿਸ, ਉਹ ਵੀ ਹਰ ਕਿਸੇ ਪਰਸਨ ਦਾ ਜਿਹੜਾ ਉਹ ਡਿਫਰੈਂਟ ਹੁੰਦਾ। ਅਸੀਂ ਉਹਨੂੰ ਸਕੈਨ ਕਰ ਸਕਦੇ ਹਾਂ ਕਿ ਉਹ ਉਹੀ ਪਰਸਨ ਹੈ ਜਿਹੜਾ ਯੂਜ਼ ਕਰ ਰਿਹਾ ਜਿਹਨੇ ਆਪਣਾ ਉਹ ਆਈਰਿਸ ਜਿਹੜਾ ਆਲਰੇਡੀ ਸਕੈਨ ਕੀਤਾ ਹੋਇਆ। ਅਸੀਂ ਆਪਣੇ ਪਾਮ ਦੀ, ਹੈਂਡ ਦੀ ਜਮੈਟਰੀ ਯੂਜ਼ ਕਰ ਸਕਦੇ ਹਾਂ, ਅਸੀਂ ਆਪਣੇ ਫੇਸ ਦੀ ਥਰਮੋਗ੍ਰਾਫੀ ਕਰ ਸਕਦੇ ਹਾਂ। ਥਰਮੋਗ੍ਰਾਫੀ ਮੀਨਸ ਉਹਦਾ ਜਿਹੜੀ ਸ਼ੇਪ ਹੈ, ਸਕਲ ਦੀ ਸ਼ੇਪ, ਹੈਂਡ ਦੀ ਥਰਮੋਗ੍ਰਾਫੀ ਕਰ ਸਕਦੇ ਹਾਂ। ਅਸੀਂ ਆਪਣੇ ਹੱਥਾਂ ਦੇ, ਫਿੰਗਰਸ ਦੇ, ਪਾਮਸ ਦੀ ਜਿਹੜੀਆਂ ਵੇਨਸ ਨੇ, ਜਿਹੜੀਆਂ ਲਾਈਨਸ ਦਿਖਾਈ ਦਿੰਦੀਆਂ ਨੇ, ਅਸੀਂ ਉਹਨਾਂ ਨੂੰ ਯੂਜ਼ ਕਰ ਸਕਦੇ ਹਾਂ। DNA ਜਿਹੜਾ ਉਹ ਵੀ ਚੈੱਕ ਕੀਤਾ ਜਾਂਦਾ। ਸੋ ਦੀਜ਼ ਆਰ ਆਲ ਦ ਫਿਜ਼ੀਓਲੋਜੀਕਲ ਮੈਥਡਸ ਆਫ ਬਾਇਓਮੈਟ੍ਰਿਕ ਅਥੈਂਟੀਕੇਸ਼ਨ। ਬਿਹੇਵੀਅਰਲ ਕਰੈਕਟਰਿਸਟਿਕਸ, ਬਿਹੇਵੀਅਰਲ ਕਰੈਕਟਰਿਸਟਿਕਸ ਜਿਹੜੇ ਨੇ ਉਹ ਯੂਨੀਕ ਵੇਜ਼ ਨੇ ਜਿਹਦੇ ਨਾਲ ਅਸੀਂ ਕਿਸੇ ਇੰਡੀਵਿਜੂਅਲ ਨੂੰ ਆਈਡੈਂਟੀਫਾਈ ਕਰਦੇ ਹਾਂ। ਇਟ ਇਨਕਲੂਡਸ ਦ ਰੈਕੋਗਨੀਸ਼ਨ ਆਫ ਟਾਈਪਿੰਗ ਪੈਟਰਨਸ। ਇਹਦੇ ਵਿੱਚ ਦੇਖਦੇ ਹਾਂ ਕਿ ਕੋਈ ਪਰਸਨ ਕਿੰਨੀ ਸਪੀਡ ਦੇ ਨਾਲ ਟਾਈਪ ਕਰਦਾ ਹੈ, ਕਿੰਨੀ ਦੇਰ ਉਹ ਕਿਸੇ ਕੀ ਨੂੰ ਦਬਾ ਕੇ ਰੱਖਦਾ ਹੈ, ਮਾਊਸ ਨੂੰ ਕਿਸ ਤਰ੍ਹਾਂ ਮੂਵ ਕਰਾਉਂਦਾ ਹੈ, ਉਹਦੀ ਫਿੰਗਰਸ ਕਿਸ ਤਰ੍ਹਾਂ ਮੂਵ ਹੁੰਦੀਆਂ ਨੇ, ਵੈਬਸਾਈਟ ਔਰ ਸੋਸ਼ਲ ਮੀਡੀਆ 'ਤੇ ਉਹ ਕਿਸ ਤਰ੍ਹਾਂ ਅੰਗੇਜ ਰਹਿੰਦਾ ਹੈ, ਵਾਕਿੰਗ ਜਾਇੰਟ, ਉਹਦਾ ਕੋਈ ਹੋਰ ਜੈਸਚਰ। ਸਮ ਆਫ ਥੀਸ ਬਿਹੇਵੀਅਰਲ ਆਈਡੈਂਟੀਫਾਇਰਸ ਜਿਹੜੇ ਅਸੀਂ ਯੂਜ਼ ਕਰਦੇ ਹਾਂ ਤਾਂ ਕਿ ਅਸੀਂ ਕਿਸੇ ਪਰਸਨ ਨੂੰ ਅਥੈਂਟੀਕੇਟ ਕਰ ਸਕੀਏ ਕਿ ਸਹੀ ਪਰਸਨ ਜਿਹੜਾ ਉਹ ਡਾਟਾ ਨੂੰ ਅਸੈਸ ਕਰ ਰਿਹਾ। ਵਾਈਲ ਇਟ ਰਿਮੇਨਸ ਅ ਨਿਊਅਰ ਮੈਥਡ, ਜਿਹੜੇ ਮੈਥਡ ਨੇ ਇਹ ਨਵੇਂ ਨੇ ਬਿਲਕੁਲ, ਇਹਨਾਂ ਦੀ ਰਿਲਾਇਬਿਲਿਟੀ ਜਿਹੜੀ ਹੈ ਉਹ ਕਾਫੀ ਘੱਟ ਹੈ। ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਪੋਟੈਂਸ਼ੀਅਲ ਹੈ ਕਿ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇਹਨੂੰ ਗਰੋ ਕਰ ਸਕਦੇ ਹਾਂ, ਇੰਪਰੂਵ ਕਰ ਸਕਦੇ ਹਾਂ, ਬਿਕੋਜ਼ ਬਾਇਓਮੈਟ੍ਰਿਕ ਟੈਕਨੋਲੋਜੀ ਜਿਹੜੀ ਉਹ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਹੀ ਜ਼ਿਆਦਾ ਇੰਪਰੂਵ ਕਰਨ ਵਾਲੀ ਹੈ। ਬਾਇਓਮੈਟ੍ਰਿਕ ਡਾਟਾ ਕੈਨ ਬੀ ਯੂਜ਼ ਟੂ ਅਸੈਸ ਇਨਫੋਰਮੇਸ਼ਨ ਔਨ ਦ ਡਿਵਾਈਸ। ਅਸੀਂ ਇਹ ਬਾਇਓਮੈਟ੍ਰਿਕ ਡਾਟਾ ਜਿਹੜਾ ਅਸੀਂ ਸਮਾਰਟਫੋਨਸ ਦੇ ਉੱਤੇ ਵੀ ਰੱਖਿਆ ਹੁੰਦਾ, ਅਸੀਂ ਅਸੈਸ ਨਹੀਂ ਕਰ ਸਕਦੇ ਡਾਟਾ ਤਦ ਤੱਕ ਜਦ ਤੱਕ ਅਸੀਂ ਆਪਣਾ ਪੈਟਰਨ ਨਹੀਂ ਡਰਾ ਕਰ ਲੈਂਦੇ, ਅਸੀਂ ਆਪਣੇ ਪਰਸਨਲੀ ਫਿੰਗਰਪ੍ਰਿੰਟ ਦਾ ਇੰਪ੍ਰੈਸ਼ਨ ਨਹੀਂ ਦੇ ਦਿੰਦੇ। ਸੋ ਇਹਦੇ ਵਿੱਚ ਅਸੀਂ ਇਹ ਸਿਸਟਮਸ ਜਿਹੜੇ ਉਹ ਬੇਸਿਕਲੀ ਯੂਜ਼ ਕਰਦੇ ਹਾਂ। ਬਿਹੇਵੀਅਰਲ ਪੈਟਰਨ ਦੇ ਵਿੱਚ ਸਭ ਤੋਂ ਪਹਿਲਾਂ ਹੈ ਜੀ ਸਿਗਨੇਚਰ ਰੈਕੋਗਨੀਸ਼ਨ, ਮਤਲਬ ਅਸੀਂ ਕਿਸ ਪੈਟਰਨ ਦੇ ਵਿੱਚ ਸਿਗਨੇਚਰਸ ਕਰਦੇ ਹਾਂ। ਜਿਵੇਂ ਪਹਿਲਾਂ ਅਸੀਂ ਇਹ ਵਾਲੀ ਲਾਈਨ ਡਰਾ ਕੀਤੀ ਜਿੱਥੇ 1 ਹੈ, ਅਸੀਂ ਉਸ ਪੈਟਰਨ ਦੇ ਵਿੱਚ ਉੱਪਰ ਗਏ, ਫਿਰ ਅਸੀਂ C ਡਰਾ ਕੀਤਾ, ਮਤਲਬ 2 ਪੈਟਰਨ ਡਰਾ ਕੀਤਾ, ਫਿਰ ਅਸੀਂ 3 ਪੈਟਰਨ ਡਰਾ ਕੀਤਾ। ਮਤਲਬ ਅਸੀਂ ਹਰ ਚੀਜ਼ ਜਿਹੜਾ ਉਹ ਅਸੀਂ ਇਹਦੇ ਵਿੱਚ ਧਿਆਨ ਰੱਖਣਾ, ਕਿੰਨਾ ਪ੍ਰੈਸ਼ਰ ਪਾਇਆ, ਕਿੰਨਾ ਮੈਂ ਉੱਪਰ ਗਈ, X ਮੀਨਸ ਕਿੰਨਾ ਅਪ ਗਏ, Y ਮੀਨਸ ਕਿੰਨਾ ਨੀਚੇ ਆਈ, ਕਿੰਨਾ ਲੈਫਟ ਟੂ ਰਾਈਟ ਮੂਵ ਕੀਤਾ, X ਮੀਨਸ ਅਸੀਂ ਅਪ ਡਾਊਨ ਕਿੰਨਾ ਮੂਵ ਕੀਤਾ, Y ਮੀਨਸ ਅਸੀਂ ਲੈਫਟ ਰਾਈਟ ਕਿੰਨਾ ਗਏ, ਟਾਈਮ ਕਿੰਨਾ ਟਾਈਮ ਲੱਗਾ, ਕਿੰਨੇ ਟਾਈਮ ਦੇ ਵਿੱਚ ਮੈਂ ਸਿਗਨੇਚਰਸ ਕੀਤੇ, ਪ੍ਰੈਸ਼ਰ ਮੈਂ ਕਿੰਨਾ ਆਪਣੇ ਪੈਨ ਦੇ ਉੱਤੇ ਪਾਇਆ, ਮੇਰਾ ਪੈਨ ਕਿੰਨਾ ਕਿ ਇਨਕਲਾਈਨਡ ਸੀਗਾ, ਲੈਫਟ ਇਨਕਲਾਈਨਡ ਸੀ, ਰਾਈਟ ਸੀਗਾ, ਵਰਟੀਕਲ ਸੀਗਾ, ਉਹਦਾ ਕਰਵੇਚਰ ਕੀ ਸੀ, ਐਕਸਲਰੇਸ਼ਨ ਮਤਲਬ ਇਹਦੀ ਸਪੀਡ ਕੀ ਸੀ। ਇਹ ਸਭ ਚੀਜ਼ਾਂ ਜਿਹੜੀਆਂ ਉਹ ਯੂਜ਼ ਕੀਤੀਆਂ ਜਾਂਦੀਆਂ ਜਦੋਂ ਅਸੀਂ ਕਿਸੇ ਪਰਸਨ ਨੂੰ ਵੀ ਅਸੈਸ ਪ੍ਰੋਵਾਈਡ ਕਰਨਾ, ਮਤਲਬ ਉਹ ਦੁਬਾਰਾ ਤੋਂ ਸਿਗਨੇਚਰ ਕਰੇਗਾ। ਜਦੋਂ ਸਿਗਨੇਚਰ ਕਰੇਗਾ ਅਸੀਂ ਉਹਦਾ ਐਕਸਿਸ ਵੀ ਮੈਚ ਕਰਾਂਗੇ ਕਿ ਐਕਸ ਐਕਸਿਸ 'ਤੇ ਕਿੰਨਾ ਆ ਰਿਹਾ, ਵਾਈ ਐਕਸਿਸ 'ਤੇ ਕਿੰਨਾ ਜਾ ਰਿਹਾ, ਕਿੰਨੇ ਟਾਈਮ ਦੇ ਵਿੱਚ ਉਹ ਸਿਗਨੇਚਰ ਕਰ ਰਿਹਾ, ਕਿੰਨਾ ਪ੍ਰੈਸ਼ਰ ਪਾ ਰਿਹਾ ਆਪਣੇ ਫੋਨ ਦੇ ਉੱਤੇ, ਉਹਦਾ ਪੈਨ ਕਿਸ ਤਰ੍ਹਾਂ ਇਨਕਲਾਈਨਡ ਹੈ, ਉਹਨੇ ਜਦੋਂ ਓਰੀਜਨਲੀ ਸਿਗਨੇਚਰ ਕੀਤੇ ਸੀ ਉਦੋਂ ਉਹਨੇ ਪੈਨ ਕਿਸ ਤਰ੍ਹਾਂ ਫੜਿਆ ਹੋਇਆ ਸੀਗਾ, ਉਹ ਕਿਸ ਤਰ੍ਹਾਂ ਕਿੰਨੀ ਸਪੀਡ ਨਾਲ ਟਾਈਪ ਕਰਦਾ। ਅੱਗੇ ਜੀ ਕੀ ਸਟ੍ਰੋਕ, ਜਦੋਂ ਅਸੀਂ ਦੇਖਣਾ ਹੈ ਕਿ ਅਸੀਂ ਕੰਪਿਊਟਰ ਦਾ ਕਿਸੇ ਚੀਜ਼ ਦਾ ਅਸੈਸ ਦੇਣਾ, ਅਸੀਂ ਉਹਦੀ ਟਾਈਪਿੰਗ ਸਪੀਡ ਵੀ ਦੇਖਣੀ ਹੈ। ਟਾਈਪਿੰਗ ਸਪੀਡ ਦੇ ਵਿੱਚ ਅਸੀਂ ਕੀ ਬੇਸਿਕਲੀ ਦੇਖਦੇ ਹਾਂ, ਉਹਦਾ
ਪ੍ਰੈਸ ਰਿਲੀਜ਼ ਮਤਲਬ ਇੱਕ ਹੀ ਚੀਜ਼ ਨੂੰ ਜਦੋਂ ਡਵੈਲਿੰਗ ਟਾਈਮ ਮਤਲਬ ਜਦੋਂ ਉਹਨੇ ਇੱਕ ਕੀ ਨੂੰ ਪ੍ਰੈਸ ਕੀਤਾ ਤਾਂ ਕਿੰਨੀ ਦੇਰ ਉਹ ਪ੍ਰੈਸ ਕਰਕੇ ਰੱਖਦਾ, ਕਿੰਨਾ ਟਾਈਮ ਲਗਾਉਂਦਾ। ਫਲਾਈਟ ਟਾਈਮ ਮਤਲਬ ਇੱਕ ਕੀ ਤੋਂ ਦੂਸਰੀ ਕੀ ਤੱਕ ਜਾਣ 'ਚ ਉਹ ਕਿੰਨਾ ਟਾਈਮ ਲਗਾਉਂਦਾ। ਅਸੀਂ ਇਹ ਸਾਰੇ ਫੈਕਟਰਸ ਜਿਹੜੇ ਉਹ ਦੇਖਦੇ ਹਾਂ ਤਾਂ ਕਿ ਕਿਸੇ ਵੀ ਪਰਸਨ ਨੂੰ ਅਸੈਸ ਦੇਣ ਤੋਂ ਪਹਿਲਾਂ ਅਸੀਂ ਉਹਦੀ ਅਥੈਂਟੀਕੇਸ਼ਨ ਚੈੱਕ ਕਰ ਲਈਏ ਕਿ ਕੋਈ ਪਰਸਨ ਜਿਹੜਾ ਉਹ ਰੋਂਗ ਪਰਸਨ ਡਾਟਾ ਨੂੰ ਅਸੈਸ ਨਾ ਕਰ ਸਕੇ। ਉਸ ਤੋਂ ਬਾਅਦ ਇਹਦੀ ਸਪੀਕਰ ਰੈਕੋਗਨੀਸ਼ਨ, ਅਸੀਂ ਸਪੀਕਰ ਰੈਕੋਗਨੀਸ਼ਨ ਜਿਹੜਾ ਮੈਥਡ ਹੈ ਉਹ ਵੀ ਦੇਖਦੇ ਹਾਂ। ਜਿਵੇਂ ਮੋਬਾਈਲ ਫੋਨ 'ਤੇ ਅਸੀਂ ਅਸੈਸ ਕਰਨਾ, ਤੁਸੀਂ ਬੋਲੋਗੇ ਤੁਹਾਡੀ ਵੋਇਸ ਜਿਹੜੀ ਉਹ ਮੈਚ ਕੀਤੀ ਜਾਏਗੀ, ਉਸ ਤੋਂ ਬਾਅਦ ਹੀ ਤੁਸੀਂ ਆਪਣਾ ਫੋਨ ਜਿਹੜਾ ਉਹ ਅਸੈਸ ਕਰ ਸਕਦੇ ਹੋ। ਅੱਗੇ ਹੈ ਜੀ ਜਾਇੰਟ ਰੈਕੋਗਨੀਸ਼ਨ ਸਿਸਟਮ ਦੇ ਵਿੱਚ ਬੇਸਿਕਲੀ ਚੈੱਕ ਕੀਤਾ ਜਾਂਦਾ ਕਿ ਅਸੀਂ ਕਿਸ ਪੋਜੀਸ਼ਨ ਦੇ ਵਿੱਚ ਮੂਵ ਕਰਦੇ ਹਾਂ, ਅਸੀਂ ਕਿੰਨਾ ਪ੍ਰੈਸ਼ਰ ਪਾਉਂਦੇ ਹਾਂ, ਧਿਆਨ ਕਿੱਧਰ ਹੈ, ਵਿਜ਼ਨ ਕਿੱਧਰ ਹੈ, ਸਾਡੀ ਪ੍ਰੈਸ਼ਰ ਕਿੰਨਾ ਪਾਇਆ ਮੈਂ ਜ਼ਮੀਨ ਦੇ ਉੱਤੇ। ਐਕਸਕਲੋਮੀਟਰੀ ਮਤਲਬ ਮੈਂ ਕਿੰਨੀ ਸਪੀਡ 'ਤੇ ਮੂਵ ਕਰਦੇ ਪਿਆ। ਇਹ ਪੈਟਰਨ ਸਾਡੇ ਕੀ ਹੈ ਬਿਹੇਵੀਅਰ ਦੇ ਪੈਟਰਨ ਹੈ। ਬਿਕੋਜ਼ ਕੋਈ ਪਰਸਨ ਬਹੁਤ ਸਲੋ ਚੱਲਦਾ ਆਰਾਮ ਦੇ ਨਾਲ, ਕੋਈ ਪਰਸਨ ਤੇਜ਼ ਚੱਲਦਾ। ਆਲ ਦੀਜ਼ ਆਰ ਦਾ ਜਾਇੰਟ ਪੈਟਰਨਸ। ਇਹ ਜਿਹੜੇ CV ਐਲਗੋਰਿਦਮਸ ਜਿਹੜੇ ਉਹ ਅਪਲਾਈ ਕੀਤੇ ਜਾਂਦੇ ਨੇ ਤਾਂ ਕਿ ਕਿਸੇ ਵੀ ਪਰਸਨ ਨੂੰ ਅਸੈਸ ਦੇਣ ਤੋਂ ਪਹਿਲਾਂ ਪ੍ਰੋਪਰਲੀ ਚੈੱਕ ਕੀਤਾ ਜਾਏ ਕਿ ਕੋਈ ਅਭੀ ਅਨਆਥੋਰਾਈਜ਼ਡ ਪਰਸਨ ਜਿਹੜਾ ਡਾਟਾ ਨੂੰ ਅਸੈਸ ਨਾ ਕਰੇ। ਅੱਗੇ ਜੀ ਇਹਦਾ ਐਡਵਾਂਟੇਜਸ ਨੇ। ਹਾਰਡ ਟੂ ਫੇਕ, ਇਹ ਡਾਟਾ ਜਿਹੜਾ ਜਦੋਂ ਅਸੀਂ ਜਿਹੜਾ ਸਾਡਾ ਆਪਣਾ ਡਾਟਾ ਹੈ ਜਿਹੜਾ ਅਸੀਂ ਆਲਰੇਡੀ ਫੀਡ ਕੀਤਾ ਹੋਇਆ, ਇਹ ਕੋਈ ਵੀ ਸਟੀਲ ਨਹੀਂ ਕਰ ਸਕਦਾ, ਇਹ ਫੇਕ ਵੀ ਨਹੀਂ ਹੋ ਸਕਦਾ। ਇਹ ਪਾਸਵਰਡਸ ਨਹੀਂ ਹੈ ਕਿ ਪਤਾ ਕਰਾ ਲਿਆ ਅਤੇ ਅਸੀਂ ਯੂਜ਼ ਕਰ ਸਕਦੇ ਹਾਂ। ਇਹ ਬਹੁਤ ਹੀ ਕਨਵੀਨੀਅੰਟ ਤਰੀਕਾ ਵੀ ਹੈ ਬਿਕੋਜ਼ ਸਾਡੇ ਅੰਦਰ ਆਲਰੇਡੀ ਇੰਸਟੋਰਡ ਹੈ। ਜਨਰਲੀ ਸੇਮ ਓਵਰ ਦਾ ਕੋਰਸ ਆਫ ਯੂਜ਼ ਲਾਈਫ ਸਾਡੀ ਸਾਰੀ ਜ਼ਿੰਦਗੀ ਚੀਜ਼ਾਂ ਸੇਮ ਰਹਿੰਦੀਆਂ, ਇਹ ਟਰਾਂਸਫਰੇਬਲ ਵੀ ਨਹੀਂ ਹੁੰਦੀਆਂ ਔਰ ਅਸੀਂ ਇਹਨੂੰ ਬੜੇ ਐਫੀਸ਼ੀਐਂਟ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਹਾਂ। ਅੱਗੇ ਜੀ ਡਿਸਐਡਵਾਂਟੇਜਸ ਹੈ, ਬਹੁਤ ਹੀ ਕੋਸਟਲੀ ਸਿਸਟਮ ਹੈ। ਜਦੋਂ ਅਸੀਂ ਇਹਨੂੰ ਚਲਾਉਣਾ ਹੋਵੇ ਸਟਾਰਟਿੰਗ 'ਚ ਤਾਂ ਬਹੁਤ ਹੀ ਟਾਈਮ ਵੀ ਲੱਗੇਗਾ ਔਰ ਬਸ ਪੈਸੇ ਵੀ ਜਿਹੜੇ ਇਨਵੋਲਵ ਹੋਣਗੇ। ਜਿਹੜਾ ਸਿਸਟਮ ਹੈ ਫੇਲਸ ਟੂ ਕੈਪਚਰ ਆਲ ਦਾ ਬਾਇਓਮੈਟ੍ਰਿਕ ਡਾਟਾ, ਇਟ ਮੇ ਲੀਡ ਟੂ ਦਾ ਫੇਲੀਅਰ ਇਨ ਆਇਡੈਂਟੀਫਾਈਂਗ ਅ ਯੂਜ਼ਰ। ਉਹ ਕਹਿੰਦੇ ਕਿਸੇ ਵੇਲੇ ਸਿਸਟਮ ਜਿਹੜਾ ਉਹ ਫੇਲ ਹੋ ਜਾਂਦਾ ਹੈ, ਉਹ ਆਇਡੈਂਟੀਫਾਈ ਨਹੀਂ ਕਰ ਪਾਉਂਦਾ ਯੂਜ਼ਰ ਨੂੰ, ਜਿਹਦੇ ਕਰਕੇ ਅਸੀਂ ਕਦੀ ਵੀ ਉਸ ਡਾਟਾ ਨੂੰ ਅਸੈਸ ਹੀ ਨਹੀਂ ਕਰ ਪਾਉਂਦੇ। ਉਹ ਫਿਰ ਪ੍ਰੋਬਲਮ ਜਿਹੜੀ ਉਹ ਰਾਈਜ਼ ਹੁੰਦੀ ਹੈ। ਡਾਟਾ ਬੇਸਿਸ ਹੋਲਡਿੰਗ ਬਾਇਓਮੈਟ੍ਰਿਕ ਡਾਟਾ ਕੈਨ ਸਟਿਲ ਬੀ ਹੈਕਡ। ਜਿਸ ਦੇ ਵਿੱਚ ਅਸੀਂ ਆਪਣਾ ਡਾਟਾ ਰੱਖਿਆ ਹੋਇਆ ਬਾਇਓਮੈਟ੍ਰਿਕ ਡਾਟਾ, ਉਹ ਵੀ ਕੋਈ ਪਰਸਨ ਹੈਕ ਕਰ ਸਕਦਾ ਹੈ। ਉਹਦੇ ਵਿੱਚ ਫਿਰ ਗਲਤ ਚੀਜ਼ਾਂ ਜਿਹੜੀਆਂ ਉਹ ਇੰਸਟਾਲ ਕਰ ਸਕਦਾ, ਆਪਣੇ ਇੰਪ੍ਰੈਸ਼ਨਸ ਪੁੱਟ ਇਨ ਕਰ ਸਕਦਾ, ਜਿਹਦੇ ਕਰਕੇ ਜਿਹੜਾ ਪਰਸਨ ਦਾ ਆਲਰੇਡੀ ਡਾਟਾ ਸੀ ਉਹ ਵਿਊ ਨਾ ਕਰ ਸਕੇ। ਐਰਰਸ ਸੱਚ ਐਜ਼ ਫਾਲਸ ਰਿਜੈਕਟ, ਮਤਲਬ ਰਿਜੈਕਟ ਹੋ ਗਿਆ ਗਲਤੀ ਦੇ ਨਾਲ, ਫਾਲਸ ਰਿਜੈਕਟ ਆ ਗਿਆ, ਮਤਲਬ ਹੈ ਉਹ ਟਰੂ ਸੀਗਾ ਬਟ ਗਲਤੀ ਦੇ ਨਾਲ ਰਿਜੈਕਟ ਕਰ ਦਿੱਤਾ ਗਿਆ। ਫਾਲਸ ਅਸੈਪਟ ਵੀ ਹੋ ਸਕਦਾ ਹੈ ਕਿ ਤੁਸੀਂ ਮਤਲਬ ਕੋਈ ਚੀਜ਼ ਹੈ ਤਾਂ ਗਲਤ ਪਰ ਅਸੀਂ ਉਹਨੂੰ ਅਸੈਪਟ ਕਰ ਲਿਆ। ਸੋ ਇਫ ਦ ਯੂਜ਼ਰ ਗੈਟ ਇੰਜਰਡ ਦੈਨ ਦ ਬਾਇਓਮੈਟ੍ਰਿਕ ਅਥੈਂਟੀਕੇਸ਼ਨ ਸਿਸਟਮ ਜਿਹੜਾ ਉਹ ਪ੍ਰੋਪਰਲੀ ਵਰਕ ਨਹੀਂ ਕਰੇਗਾ। ਜਿਵੇਂ ਕਿਸੇ ਦਾ ਹੱਥ ਬਰਨ ਕਰ ਗਿਆ, ਉਹਦਾ ਫਿੰਗਰ ਪ੍ਰਿੰਟ ਜਿਹੜਾ ਫਿਰ ਉਹ ਇੰਪ੍ਰੈਸ਼ਨ ਜਿਹੜਾ ਉਹ ਦੁਬਾਰਾ ਲਿਆ ਨਹੀਂ ਜਾਏਗਾ। I hope it is clear to you. Thank you.